ਸਭ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ 5ਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 15 ਰੇਸ਼ਮ ਦਾ ਕੀੜਾ। ਇਸ ਪਾਠ ਨੂੰ ਪੜ੍ਹਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਕਰਾਂਗੇ। ਜਿਹੜੇ ਰੇਸ਼ਮੀ ਚਮਕਦਾਰ ਕੱਪੜੇ ਅਸੀਂ ਪਾਉਂਦੇ ਹਾਂ, ਰੇਸ਼ਮੀ ਰੁਮਾਲਾਂ ਨੂੰ ਹੱਥ ਵਿੱਚ ਰੱਖਦੇ ਹਾਂ, ਕੀ ਤੁਹਾਨੂੰ ਪਤਾ ਹੈ ਕਿ ਇਹ ਕਿਸ ਚੀਜ਼ ਤੋਂ ਬਣਦੇ ਹਨ? ਤੁਸੀਂ ਸ਼ਾਇਦ ਸੋਚੋਗੇ ਕਿ ਇਹ ਰੇਸ਼ਮੀ ਕੱਪੜਾ ਰੂੰ ਤੋਂ ਜਾਂ ਫਿਰ ਉੱਨ ਤੋਂ ਬਣਦਾ ਹੋਵੇਗਾ, ਪਰ ਨਹੀਂ। ਇਹ ਕੱਪੜਾ ਜਿਸ ਧਾਗੇ ਤੋਂ ਬਣਦਾ ਹੈ ਉਸ ਨੂੰ ਇੱਕ ਜਿਉਂਦਾ ਕੀੜਾ ਬਣਾਉਂਦਾ ਹੈ। ਇਸ ਕੀੜੇ ਨੂੰ ਰੇਸ਼ਮ ਦਾ ਕੀੜਾ ਕਹਿੰਦੇ ਹਨ। ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ। ਇਸ ਦੀ ਸ਼ਕਲ ਬੜੀ ਅਜੀਬ ਜਿਹੀ ਹੁੰਦੀ ਹੈ। 16 ਤਾਂ ਇਸ ਦੇ ਪੈਰ ਹੁੰਦੇ ਹਨ ਅਤੇ 14 ਅੱਖਾਂ। ਇਸ ਦੇ ਜਬਾੜਿਆਂ ਦੇ ਦੋਵੇਂ ਪਾਸੇ 2 ਛੋਟੇ ਸੁਰਾਖ ਹੁੰਦੇ ਹਨ। ਸਭ ਤੋਂ ਪਹਿਲਾਂ ਚੀਨ ਦੇ ਲੋਕਾਂ ਨੂੰ ਰੇਸ਼ਮ ਦੇ ਕੀੜੇ ਦਾ ਪਤਾ ਲੱਗਾ। ਇਸ ਲਈ ਰੇਸ਼ਮ ਦੇ ਕੀੜੇ ਤੋਂ ਰੇਸ਼ਮੀ ਕੱਪੜਾ ਬਣਾਉਣ ਵਿੱਚ ਪਹਿਲ ਚੀਨ ਨੇ ਹੀ ਕੀਤੀ। ਦੂਜੇ ਦੇਸ਼ਾਂ ਦੇ ਲੋਕਾਂ ਨੇ ਰੇਸ਼ਮੀ ਕੱਪੜੇ ਦਾ ਭੇਦ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਚੀਨੀ ਲੋਕਾਂ ਨੇ ਇਹ ਭੇਦ ਨਾ ਖੁੱਲ੍ਹਣ ਦਿੱਤਾ। ਸੈਂਕੜੇ ਸਾਲਾਂ ਤੱਕ ਰੇਸ਼ਮ ਬਣਾਉਣ ਦਾ ਗੁਣ ਕੇਵਲ ਚੀਨੀਆਂ ਕੋਲ ਹੀ ਰਿਹਾ। ਇੱਕ ਵਾਰ ਚੀਨ ਦੇ ਇੱਕ ਬਾਦਸ਼ਾਹ ਦੀ ਸ਼ਹਿਜ਼ਾਦੀ ਦਾ ਵਿਆਹ ਕਿਸੇ ਹੋਰ ਦੇਸ਼ ਦੇ ਰਾਜਕੁਮਾਰ ਨਾਲ ਹੋ ਗਿਆ। ਜਦੋਂ ਸ਼ਹਿਜ਼ਾਦੀ ਆਪਣੇ ਸਹੁਰੇ ਘਰ ਜਾਣ ਲੱਗੀ ਤਾਂ ਉਸਨੇ ਇੱਕ ਖੋਖਲੇ ਬਾਂਸ ਵਿੱਚ ਕੁਝ ਕੀੜੇ ਪਾਏ ਅਤੇ ਲੁਕੋ ਕੇ ਆਪਣੇ ਨਾਲ ਲੈ ਗਈ। ਇਸ ਤਰ੍ਹਾਂ ਰੇਸ਼ਮ ਬਣਾਉਣ ਦਾ ਢੰਗ ਦੂਜੇ ਦੇਸ਼ਾਂ ਨੂੰ ਵੀ ਪਤਾ ਲੱਗ ਗਿਆ। ਇਹ ਕੀੜਾ ਜਦੋਂ ਆਂਡੇ ਵਿੱਚੋਂ ਨਿਕਲਦਾ ਹੈ ਤਾਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ। ਪੈਦਾ ਹੁੰਦਿਆਂ ਸਾਰ ਹੀ ਇਹ ਵਧਣ ਲੱਗ ਜਾਂਦਾ ਹੈ। ਪੇਟੂ ਤਾਂ ਇੰਨਾ ਹੈ ਕਿ ਪੈਦਾ ਹੁੰਦੇ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ। ਦਰੱਖਤਾਂ ਦੀਆਂ ਨਰਮ ਪੱਤੀਆਂ ਉਸਨੂੰ ਬਹੁਤ ਸਵਾਦ ਲੱਗਦੀਆਂ ਹਨ। ਸ਼ਹਿਤੂਤ ਇਸ ਕੀੜੇ ਦੀ ਮਨ ਭਾਉਂਦੀ ਖੁਰਾਕ ਹੈ। ਡੇਢ ਮਹੀਨੇ ਦੀ ਆਪਣੀ ਪੂਰੀ ਉਮਰ ਵਿੱਚ ਇਹ ਕੀੜਾ ਲਗਭਗ 1 ਮਣ ਖੁਰਾਕ ਹਜ਼ਮ ਕਰ ਜਾਂਦਾ ਹੈ। ਇਹ ਬਹੁਤ ਤੇਜ਼ੀ ਨਾਲ ਵੱਧਦਾ ਹੈ। ਜਦੋਂ ਇਹ ਕੀੜਾ 7 ਦਿਨਾਂ ਦਾ ਹੋ ਜਾਂਦਾ ਹੈ ਤਾਂ ਇਹ ਇੰਨਾ ਵੱਧ ਜਾਂਦਾ ਹੈ ਕਿ ਇਸ ਦੇ ਜਿਸਮ ਦੀ ਖੱਲ ਛੋਟੀ ਹੋ ਜਾਂਦੀ ਹੈ ਅਤੇ ਇਹ ਆਪਣੀ ਖੱਲ ਪਾੜ ਕੇ ਇਹ ਉਸ ਵਿੱਚੋਂ ਬਾਹਰ ਨਿਕਲ ਆਉਂਦਾ ਹੈ। 10ਵੇਂ ਦਿਨ ਇਸ ਦੀ ਦੂਸਰੀ ਖੱਲ ਵੀ ਛੋਟੀ ਹੋ ਜਾਂਦੀ ਹੈ ਅਤੇ ਇਹ ਇਸ ਨੂੰ ਵੀ ਲਾਰ ਸੁੱਟਦਾ ਹੈ। 15ਵੇਂ ਦਿਨ ਇਹ ਕੀੜਾ ਤੀਜੀ ਖੱਲ ਵੀ ਉਤਾਰ ਦਿੰਦਾ ਹੈ। 30ਵੇਂ ਦਿਨ ਇਹ ਵੱਧ ਕੇ ਕੋਈ 3 ਇੰਚ ਲੰਮਾ ਹੋ ਜਾਂਦਾ ਹੈ। ਇਸ ਦੀ ਇਹ ਖੱਲ ਵੀ ਛੋਟੀ ਹੋ ਜਾਂਦੀ ਹੈ। ਇਹ ਇਸ ਨੂੰ ਵੀ ਲਾ ਦਿੰਦਾ ਹੈ। ਇਸ ਸਮੇਂ ਦੌਰਾਨ ਇਹ ਕੁਝ ਨਹੀਂ ਕਰਦਾ, ਬਸ ਖਾਂਦਾ ਹੀ ਰਹਿੰਦਾ ਹੈ। ਇਸ ਦੇ ਕੰਮ ਦਾ ਵਕਤ ਉਹ ਹੁੰਦਾ ਹੈ ਜਦੋਂ 30ਵੇਂ ਦਿਨ ਇਹ ਖੂਬ ਪੇਟ ਭਰ ਕੇ ਖਾ ਲੈਂਦਾ ਹੈ ਅਤੇ ਮਸਤ ਹੋ ਕੇ ਕਿਸੇ ਪੱਤੇ ਉੱਤੇ ਬੈਠ ਜਾਂਦਾ ਹੈ। ਹੁਣ ਇਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਆਪਣੇ ਮੂੰਹ ਦੇ ਜਬਾੜਿਆਂ ਦੇ ਬਹੁਤ ਛੋਟੇ ਸੁਰਾਖਾਂ ਵਿੱਚੋਂ ਇੱਕ ਤਾਰ ਕੱਢਣਾ ਸ਼ੁਰੂ ਕਰ ਦਿੰਦਾ ਹੈ। ਇਸ ਤਾਰ ਨੂੰ ਇਹ ਆਪਣੇ ਜਿਸਮ ਦੇ ਆਲੇ ਦੁਆਲੇ ਲਪੇਟਦਾ ਰਹਿੰਦਾ ਹੈ। ਆਖਿਰ ਇਹਨਾਂ ਤਾਰਾਂ ਦੀ ਇੱਕ ਕੋਠੜੀ ਜਿਹੀ ਬਣ ਜਾਂਦੀ ਹੈ। ਆਪੇ ਬਣਾਈ ਤਾਰਾਂ ਦੀ ਇਸ ਕੋਠੜੀ ਵਿੱਚ ਇਹ ਬਿਲਕੁਲ ਬੰਦ ਹੋ ਜਾਂਦਾ ਹੈ। ਸਾਰੀਆਂ ਤਾਰਾਂ ਕੱਢ ਲੈਣ ਤੋਂ ਬਾਅਦ ਇਹ ਬੇਹੋਸ਼ ਹੋ ਜਾਂਦਾ ਹੈ। ਇਸ ਬੇਹੋਸ਼ੀ ਦੀ ਹਾਲਤ ਵਿੱਚ ਇਸ ਦੀ ਆਖਰੀ ਖੱਲ ਵੀ ਉਤਰ ਜਾਂਦੀ ਹੈ। ਫਿਰ ਇਹ ਕੀੜਾ ਇੱਕ ਖੂਬਸੂਰਤ ਤਿਤਲੀ ਬਣ ਜਾਂਦਾ ਹੈ। ਜਦੋਂ ਇਸ ਨੂੰ ਹੋਸ਼ ਆਉਂਦੀ ਹੈ ਤਾਂ ਇਹ ਤਾਰਾਂ ਦੀ ਪੋਟੀ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ। ਉਹ ਆਪਣੇ ਮੂੰਹ ਦੇ ਰਸ ਨਾਲ ਇਹਨਾਂ ਤਾਰਾਂ ਨੂੰ ਗਿੱਲਾ ਕਰ ਲੈਂਦਾ ਹੈ। ਇਹ ਤਾਰਾਂ ਨਰਮ ਹੋ ਜਾਂਦੀਆਂ ਹਨ ਅਤੇ ਟੁੱਟ ਜਾਂਦੀਆਂ ਹਨ। ਇਉਂ ਰਸਤਾ ਬਣਾ ਕੇ ਇਹ ਤਿਤਲੀ ਦੇ ਰੂਪ ਵਿੱਚ ਬਾਹਰ ਨਿਕਲ ਆਉਂਦਾ ਹੈ। ਫਿਰ ਇਹ ਬੜੇ ਮਜ਼ੇ ਨਾਲ ਬਾਹਰ ਉੱਡਦਾ ਫਿਰਦਾ ਹੈ। ਤਿਤਲੀ ਬਣ ਜਾਣ ਤੋਂ ਬਾਅਦ ਇਹ ਆਪਣਾ ਪਿਛਲਾ ਜੀਵਨ ਬਿਲਕੁਲ ਭੁੱਲ ਜਾਂਦਾ ਹੈ। ਹੁਣ ਇਹ ਆਂਡੇ ਦੇਣ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਕਰਦਾ। ਕੁਝ ਦਿਨਾਂ ਦੇ ਸੈਰ ਸਪਾਟੇ ਤੋਂ ਬਾਅਦ ਇਹ ਮਰ ਜਾਂਦਾ ਹੈ। ਪਰ ਆਦਮੀ ਕੀੜੇ ਨੂੰ ਤਿਤਲੀ ਬਣਨ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ ਤਾਂ ਕਿ ਉਸ ਵੱਲੋਂ ਕੱਤੀ ਗਈ ਤਾਰਾਂ ਦੀ ਪੋਟਲੀ ਕਿਧਰੇ ਖਰਾਬ ਨਾ ਹੋ ਜਾਵੇ। ਜਦੋਂ ਕੀੜਾ ਸਾਰੇ ਤਾਰ ਕੱਢ ਲੈਂਦਾ ਹੈ ਅਤੇ ਕੋਠੜੀ ਵਿੱਚ ਬੰਦ ਹੋ ਕੇ ਬੇਹੋਸ਼ ਹੋ ਜਾਂਦਾ ਹੈ ਤਾਂ ਆਦਮੀ ਉਸ ਮੁੱਢੇ ਨੂੰ ਉਸੇ ਵਕਤ ਉਤਾਰ ਲੈਂਦਾ ਹੈ ਅਤੇ ਗਰਮ ਪਾਣੀ ਵਿੱਚ ਸੁੱਟ ਦਿੰਦਾ ਹੈ। ਵਿਚਾਰਾ ਕੀੜਾ ਹੋਸ਼ ਵਿੱਚ ਆਉਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ। ਗਰਮੀ ਮਿਲ ਜਾਣ ਕਰਕੇ ਇਹ ਤਾਰ ਵੀ ਅਲੱਗ ਹੋ ਜਾਂਦੇ ਹਨ। ਇਸ ਤੋਂ ਬਾਅਦ ਕਈ ਤਾਰਾਂ ਇਕੱਠੀਆਂ ਕਰਕੇ ਕੱਤ ਲਈਆਂ ਜਾਂਦੀਆਂ ਹਨ
ਇਸ ਤਰ੍ਹਾਂ ਰੇਸ਼ਮ ਦਾ ਬਹੁਤ ਬਰੀਕ ਧਾਗਾ ਤਿਆਰ ਹੋ ਜਾਂਦਾ ਹੈ। ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ। ਇਸ ਕੱਚੇ ਰੇਸ਼ਮ ਨੂੰ ਸਾਫ਼ ਕਰਕੇ ਕੱਪੜਾ ਬਣਾਉਣ ਦੇ ਯੋਗ ਬਣਾਇਆ ਜਾਂਦਾ ਹੈ। ਰੇਸ਼ਮ ਬਣਾਉਣ ਦੇ ਦੋ ਤਰੀਕੇ ਹਨ। ਇੱਕ ਤਾਂ ਇਹ ਕੱਪੜਾ ਖੱਡੀਆਂ ਨਾਲ ਬਣਾਇਆ ਜਾਂਦਾ ਹੈ ਅਤੇ ਦੂਜਾ ਮਸ਼ੀਨਾਂ ਰਾਹੀਂ ਤਿਆਰ ਕੀਤਾ ਜਾਂਦਾ ਹੈ। ਅੱਜ ਕੱਲ੍ਹ ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ। ਜਿਵੇਂ ਸੂਤ ਤਿਆਰ ਕਰਨ ਲਈ ਅਸੀਂ ਖੇਤਾਂ ਵਿੱਚ ਕਪਾਹ ਬੀਜਦੇ ਹਾਂ, ਉੱਨੀ ਕੱਪੜਾ ਤਿਆਰ ਕਰਨ ਲਈ ਭੇਡਾਂ ਪਾਲਦੇ ਹਾਂ। ਇਸੇ ਤਰ੍ਹਾਂ ਰੇਸ਼ਮ ਪ੍ਰਾਪਤ ਕਰਨ ਲਈ ਸ਼ਹਿਤੂਤ ਦੇ ਬਾਗ ਲਾਏ ਜਾਂਦੇ ਹਨ। ਰੇਸ਼ਮ ਦਾ ਕੀੜਾ ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਬਰਦਾਸ਼ਤ ਨਹੀਂ ਕਰ ਸਕਦਾ। ਸ਼ਹਿਤੂਤ ਦਾ ਦਰੱਖਤ ਵੀ ਅਜਿਹੀਆਂ ਥਾਵਾਂ ਉੱਤੇ ਵਧੇਰੇ ਹੁੰਦਾ ਹੈ ਜਿੱਥੇ ਨਾ ਜ਼ਿਆਦਾ ਗਰਮੀ ਅਤੇ ਨਾ ਜ਼ਿਆਦਾ ਸਰਦੀ ਹੋਵੇ। ਅੱਜ ਕੱਲ੍ਹ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਸਾਡੇ ਦੇਸ਼ ਵਿੱਚ ਵੀ ਬਹੁਤ ਹੋ ਰਿਹਾ ਹੈ। ਔਖੇ ਸ਼ਬਦਾਂ ਦੇ ਅਰਥ। ਸੁਰਾਖ, ਛੇਕ, ਭੇਦ, ਲੁਕੀ ਹੋਈ ਗੱਲ, ਸ਼ਹਿਜ਼ਾਦੀ, ਬਾਦਸ਼ਾਹ ਦੀ ਲੜਕੀ, ਖੋਖਲੇ, ਅੰਦਰੋਂ ਖਾਲੀ, ਢੰਗ, ਤਰੀਕਾ, ਪੇਟੂ, ਬਹੁਤਾ ਖਾਣ ਵਾਲਾ, ਮਣ, 40 ਸੇਰ, ਖੱਲ, ਚਮੜੀ, ਜਿਸਮ, ਸਰੀਰ, ਕੱਤੀ, ਬਣਾਈ ਗਈ, ਕੋਠੜੀ, ਰਹਿਣ ਲਈ ਬਣੀ ਹੋਈ ਬੰਦ ਜਿਹੀ ਜਗ੍ਹਾ, ਮੁੱਢਾ, ਦਰੱਖਤ ਦਾ ਇੱਕ ਹਿੱਸਾ, ਉਦਯੋਗ, ਕਾਰਖਾਨਾ, ਸ਼ਹਿਤੂਤ, ਦਰੱਖਤ ਦੀ ਇੱਕ ਕਿਸਮ। ਕੁਝ ਹੋਰ ਯਾਦ ਰੱਖਣਯੋਗ ਗੱਲਾਂ। ਰੇਸ਼ਮ ਦੇ ਕੀੜੇ ਦੁਆਰਾ ਬਣਾਈ ਕੋਠੜੀ ਨੂੰ ਕੋਕੂਨ ਕਹਿੰਦੇ ਹਨ। 15 ਕੋਕੂਨ ਉਬਾਲ ਕੇ ਕੇਵਲ 1 ਗ੍ਰਾਮ ਰੇਸ਼ਮ ਪ੍ਰਾਪਤ ਹੁੰਦਾ ਹੈ। ਰੇਸ਼ਮ ਦਾ ਉਤਪਾਦਨ ਚੀਨ ਅਤੇ ਭਾਰਤ ਵਿੱਚ ਵਧੇਰੇ ਹੁੰਦਾ ਹੈ। ਭਾਰਤ ਵਿੱਚ ਰੇਸ਼ਮ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਵਧੇਰੇ ਹੁੰਦਾ ਹੈ। ਪਾਠ ਅਭਿਆਸ। ਪ੍ਰਸ਼ਨ ਨੰਬਰ 1, ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਕਿਸ ਵਰਗਾ ਹੁੰਦਾ ਹੈ? ਉੱਤਰ ਹੈਗਾ ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਵਰਗਾ ਹੁੰਦਾ ਹੈ। ਪ੍ਰਸ਼ਨ ਨੰਬਰ 2, ਰੇਸ਼ਮ ਦੇ ਕੀੜੇ ਦੀ ਉਮਰ ਕਿੰਨੀ ਹੁੰਦੀ ਹੈ? ਰੇਸ਼ਮ ਦੇ ਕੀੜੇ ਦੀ ਉਮਰ 1.5 ਮਹੀਨਾ ਹੁੰਦੀ ਹੈ। ਨੰਬਰ 3, ਤਿਤਲੀ ਬਣ ਕੇ ਇਹ ਕੀੜਾ ਕੀ ਕਰਦਾ ਹੈ? ਤਿਤਲੀ ਬਣ ਕੇ ਇਹ ਉਡਾਰੀਆਂ ਮਾਰਦਾ ਹੈ। ਇਸ ਸਮੇਂ ਇਸ ਨੂੰ ਆਂਡੇ ਦੇਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ। ਪ੍ਰਸ਼ਨ ਨੰਬਰ 4, ਰੇਸ਼ਮ ਬਣਾਉਣ ਦੇ ਕਿੰਨੇ ਤਰੀਕੇ ਹਨ? ਉੱਤਰ ਹੈਗੇ ਰੇਸ਼ਮ ਬਣਾਉਣ ਦੇ 2 ਤਰੀਕੇ ਹਨ, ਇੱਕ ਖੱਡੀਆਂ ਨਾਲ ਅਤੇ ਦੂਜਾ ਮਸ਼ੀਨਾਂ ਨਾਲ। ਪ੍ਰਸ਼ਨ ਨੰਬਰ 1 ਹੈਗਾ ਰੇਸ਼ਮ ਦੇ ਕੀੜੇ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ? ਉੱਤਰ ਹੈਗੇ ਰੇਸ਼ਮ ਦੇ ਕੀੜੇ ਦੀ ਸ਼ਕਲ ਅਜੀਬ ਜਿਹੀ ਹੁੰਦੀ ਹੈ। ਇਸ ਦੇ 16 ਪੈਰ ਹੁੰਦੇ ਹਨ ਅਤੇ 14 ਅੱਖਾਂ। ਇਸ ਦੇ ਜਬਾੜਿਆਂ ਦੇ ਦੋਹੀਂ ਪਾਸੀਂ 2 ਨਿੱਕੇ ਨਿੱਕੇ ਸੁਰਾਖ ਹੁੰਦੇ ਹਨ। ਪ੍ਰਸ਼ਨ ਨੰਬਰ 2, ਰੇਸ਼ਮ ਬਣਾਉਣ ਦਾ ਭੇਦ ਦੂਜੇ ਦੇਸ਼ਾਂ ਨੂੰ ਕਿਵੇਂ ਪਤਾ ਲੱਗਾ? ਸੈਂਕੜੇ ਸਾਲ ਤੱਕ ਰੇਸ਼ਮ ਬਣਾਉਣ ਦਾ ਭੇਦ ਚੀਨੀਆਂ ਨੂੰ ਹੀ ਪਤਾ ਸੀ ਅਤੇ ਉਹਨਾਂ ਇਹ ਭੇਦ ਕਿਸੇ ਨੂੰ ਵੀ ਪਤਾ ਨਾ ਲੱਗਣ ਦਿੱਤਾ। ਇੱਕ ਵਾਰ ਜਦੋਂ ਚੀਨ ਦੇ ਬਾਦਸ਼ਾਹ ਦੀ ਸ਼ਹਿਜ਼ਾਦੀ ਕਿਸੇ ਹੋਰ ਦੇਸ਼ ਦੇ ਰਾਜਕੁਮਾਰ ਨਾਲ ਵਿਆਹੀ ਗਈ ਤਾਂ ਉਹ ਰੇਸ਼ਮ ਦੇ ਕੁਝ ਕੀੜੇ ਇੱਕ ਖੋਖਲੇ ਬਾਂਸ ਵਿੱਚ ਪਾ ਕੇ ਅਤੇ ਲੁਕੋ ਕੇ ਆਪਣੇ ਨਾਲ ਲੈ ਗਈ। ਇਸ ਤੋਂ ਮਗਰੋਂ ਰੇਸ਼ਮ ਬਣਾਉਣ ਦਾ ਭੇਦ ਦੂਜੇ ਦੇਸ਼ਾਂ ਨੂੰ ਵੀ ਪਤਾ ਲੱਗ ਗਿਆ। ਪ੍ਰਸ਼ਨ ਨੰਬਰ 3, ਰੇਸ਼ਮ ਦਾ ਕੀੜਾ ਤਾਰਾਂ ਦੀ ਕੋਠੜੀ ਕਿਵੇਂ ਬਣਾਉਂਦਾ ਹੈ? ਰੇਸ਼ਮ ਦਾ ਕੀੜਾ ਖਾ ਪੀ ਕੇ ਅਤੇ ਮਸਤ ਹੋ ਕੇ ਕਿਸੇ ਪੱਤੇ ਉੱਤੇ ਬੈਠ ਜਾਂਦਾ ਹੈ ਅਤੇ ਆਪਣੇ ਜੁਬਾੜਿਆਂ ਦੇ ਛੋਟੇ ਛੋਟੇ ਸੁਰਾਖਾਂ ਵਿੱਚੋਂ ਇੱਕ ਤਾਰ ਕੱਢਣੀ ਸ਼ੁਰੂ ਕਰ ਦਿੰਦਾ ਹੈ। ਇਸ ਤਾਰ ਨੂੰ ਉਹ ਆਪਣੇ ਸਰੀਰ ਦੁਆਲੇ ਲਪੇਟ ਕੇ ਇੱਕ ਕੋਠੜੀ ਜਿਹੀ ਬਣਾ ਲੈਂਦਾ ਹੈ। ਅੱਗੇ ਹੈਗੇ ਬੱਚੋ, ਹੇਠ ਲਿਖੇ ਵਾਕਾਂ ਵਿੱਚੋਂ ਵਿਸ਼ੇਸ਼ਣ ਸ਼ਬਦਾਂ ਉੱਤੇ ਗੋਲਾ ਲਾਓ। ਬੱਚੋ ਵਿਸ਼ੇਸ਼ਣ ਕੀ ਹੁੰਦਾ ਹੈ? ਜਿਹੜਾ ਕਿਸੇ ਸ਼ਬਦ ਦੀ ਵਿਸ਼ੇਸ਼ਤਾ ਦੱਸਦਾ ਹੈ। ਠੀਕ ਹੈ, ਅਸੀਂ ਰੇਸ਼ਮੀ ਰੁਮਾਲਾਂ ਨੂੰ ਹੱਥ ਵਿੱਚ ਰੱਖਦੇ ਹਾਂ ਤਾਂ ਬੱਚੋ ਜਿਹੜਾ ਰੁਮਾਲ ਹੈ ਉਹਦੀ ਵਿਸ਼ੇਸ਼ਤਾ ਜਿਹੜਾ ਰੇਸ਼ਮ ਦੱਸ ਰਿਹਾ। ਠੀਕ ਹੈ, ਵੀ ਰੁਮਾਲ ਹੈ ਜਿਹੜੀ ਉਹ ਰੇਸ਼ਮੀ ਹੈ ਤਾਂ ਇਸ ਕਰਕੇ ਰੇਸ਼ਮੀ ਸ਼ਬਦ ਵਿਸ਼ੇਸ਼ਣ ਹੈ। ਇਸ ਤਰ੍ਹਾਂ ਇਹ ਸ਼ਬਦ ਵਿਸ਼ੇਸ਼ਣ ਹੈ ਅਤੇ ਨਰਮ ਪੱਤੀਆਂ ਨਰਮ ਸ਼ਬਦ ਵਿਸ਼ੇਸ਼ਣ ਹੈ। ਇਸ ਤੋਂ ਬਾਅਦ ਹੈਗੇ ਬੱਚਿਓ ਅੱਗੇ 10ਵੇਂ ਦਿਨ ਇਸ ਦੀ ਦੂਸਰੀ ਖੱਲ ਵੀ ਛੋਟੀ ਹੋ ਜਾਂਦੀ ਹੈ। ਇੱਥੇ 10ਵੇਂ ਅਤੇ ਦੂਸਰੀ ਵਿਸ਼ੇਸ਼ਣ ਹੈ। ਇਹ ਇਸ ਤਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ। ਇੱਥੇ ਸੁਨਹਿਰੀ ਸ਼ਬਦ ਵਿਸ਼ੇਸ਼ਣ ਹੈ। ਅੱਗੇ ਹੈਗੇ ਨੇ ਮਿਲਾਉਣ ਚਿੰਨ੍ਹ। ਸਮਾਨਾਰਥਕ ਸ਼ਬਦ ਮਿਲਾਉਣੇ ਨੇ। ਸਮਾਨਾਰਥਕ ਹੁੰਦੇ ਨੇ ਜਿਨ੍ਹਾਂ ਦਾ ਇੱਕੋ ਅਰਥ ਹੋਵੇ। ਅਜੀਬ, ਅਨੋਖਾ, ਖੂਬਸੂਰਤ, ਸੁੰਦਰ, ਵਕਤ, ਸਮਾਂ, ਜ਼ਿਆਦਾ, ਵੱਧ, ਨਰਮ, ਕੋਮਲ। ਹੇਠ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ ਸਾਹਮਣੇ ਸਹੀ ਦਾ ਨਿਸ਼ਾਨ ਲਾਓ।
ਬੱਚਿਓ ਇੱਕ ਸ਼ਬਦ ਨੂੰ 3 ਵਾਰ ਲਿਖਿਆ ਗਿਆ, 2 ਵਾਰ ਗਲਤ ਤੇ 1 ਵਾਰ ਸਹੀ। ਠੀਕ ਹੈ, ਆਪਾਂ ਨੇ ਸਹੀ ਦੇ ਅੱਗੇ ਟਿਕ ਦਾ ਨਿਸ਼ਾਨ ਲਾਉਣਾ ਹੈ। ਜਿਵੇਂ ਇੱਥੇ ਲਿਖਿਆ ਗਿਆ ਊਨ, ਠੀਕ ਹੈ ਗਲਤ ਹੈ। ਉੱਨ ਇਹ ਬਿਲਕੁਲ ਸਹੀ ਹੈ। ਉੱਨ ਇੱਥੇ ਔਂਕੜ ਨਹੀਂ ਲਾਇਆ ਗਿਆ ਤਾਂ ਕਰਕੇ ਇਹ ਵੀ ਗਲਤ ਹੈ। ਠੀਕ ਹੈ, ਚੋਲ, ਚੌਲ ਤੇ ਚੌਲ, ਠੀਕ ਹੈ ਇਹ ਵਾਲਾ ਬਿਲਕੁਲ ਸਹੀ ਹੈ। ਠੀਕ ਹੈ, ਦਰਖਤ, ਦਰਖਤ ਤੇ ਦਰਖਤ ਇਹ ਵਾਲਾ ਬਿਲਕੁਲ ਸਹੀ ਹੈ। ਜਵਾੜਿਆਂ, ਜਬਾੜਿਆਂ, ਜਬਾੜਿਆਂ, ਠੀਕ ਹੈ ਤਾਂ ਇਹ ਵਾਲਾ ਬਿਲਕੁਲ ਸਹੀ ਹੈ। ਥਾਵਾਂ, ਥਾਵਾ, ਥਾਵਾਂ ਤਾਂ ਥਾਵਾਂ ਬਿਲਕੁਲ ਇਹ ਵਾਲਾ ਸਹੀ ਹੈ। ਔਖੇ ਸ਼ਬਦਾਂ ਦੀ ਬੋਲ ਲਿਖਤ। ਬੱਚਿਓ ਪਾਠ ਦੇ ਵਿੱਚ ਜਿਹੜੇ ਸ਼ਬਦ ਵੀ ਤੁਹਾਨੂੰ ਔਖੇ ਲੱਗਦੇ ਨੇ, ਠੀਕ ਹੈ ਉਹਨਾਂ ਨੂੰ ਤੁਸੀਂ ਇੱਥੇ ਲਿਖ ਸਕਦੇ ਹੋ। ਜਿਹੜੇ ਸ਼ਬਦ ਮਤਲਬ ਤੁਹਾਨੂੰ ਔਖੇ ਲੱਗਦੇ ਨੇ ਲਿਖਣ ਦੇ ਵਿੱਚ, ਉਹਨਾਂ ਨੂੰ ਇੱਥੇ ਲਿਖਣਾ ਹੈ। ਲੜੀਦਾਰ, ਕੜੀਦਾਰ, ਸਿਰਜਣਾਤਮਕ ਪਰਖ। ਠੀਕ ਹੈ, ਤਾਂ ਬੱਚਿਓ ਅੱਗੇ ਆਪਾਂ ਨੂੰ ਇਹ ਦੱਸਿਆ ਹੋਇਆ। ਠੀਕ ਹੈ, ਜਦੋਂ 7 ਦਿਨਾਂ ਦਾ ਹੁੰਦਾ ਤਾਂ ਬੱਚਿਓ ਇਹ ਕੀ ਕਰਦਾ ਹੈ, ਇਸ ਦੇ ਸਰੀਰ ਦੀ ਖੱਲ ਛੋਟੀ ਹੋ ਜਾਂਦੀ ਹੈ ਅਤੇ ਇਹ ਉਸ ਨੂੰ ਪਾੜ ਕੇ ਬਾਹਰ ਨਿਕਲ ਆਉਂਦਾ ਹੈ। ਜਦੋਂ 10 ਦਿਨਾਂ ਦਾ ਹੁੰਦਾ ਬੱਚਿਓ, ਇਸ ਦੀ ਦੂਸਰੀ ਖੱਲ ਵੀ ਛੋਟੀ ਹੋ ਜਾਂਦੀ ਹੈ ਤਾਂ ਇਹ ਉਸ ਨੂੰ ਵੀ ਲਾਹ ਸੁੱਟਦਾ ਹੈ। ਠੀਕ ਹੈ, ਇਸ ਤੋਂ ਬਾਅਦ 30ਵੇਂ ਦਿਨ ਬਾਰੇ ਪੁੱਛਿਆ ਗਿਆ ਬੱਚੇ ਆਪਣੇ ਤੋਂ। ਠੀਕ ਹੈ, ਅਤੇ 30ਵੇਂ ਦਿਨ ਕੀ ਹੁੰਦਾ ਹੈ, ਆਪਾਂ ਲਿਖਾਂਗੇ ਤਾਂ ਇਹ 3 ਕੁ ਇੰਚ ਦਾ ਹੋ ਜਾਂਦਾ ਹੈ ਅਤੇ ਇਸ ਦੀ ਖੱਲ ਫਿਰ ਛੋਟੀ ਹੋ ਜਾਂਦੀ ਹੈ। ਇਸ ਤੋਂ ਬਾਹਰ ਆ ਕੇ ਇਹ ਸਿਰਫ ਖਾਂਦਾ ਰਹਿੰਦਾ ਹੈ। ਫਿਰ ਇੱਕ ਪੱਤੇ ਉੱਤੇ ਬੈਠ ਕੇ ਆਪਣੇ ਜੁਬਾੜਿਆਂ ਦੇ ਛੋਟੇ ਛੋਟੇ ਸੁਰਾਖਾਂ ਵਿੱਚੋਂ ਤਾਰ ਕੱਢਣੀ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਸਰੀਰ ਦੁਆਲੇ ਲਪੇਟਦਾ ਜਾਂਦਾ ਹੈ। ਸਾਰੀਆਂ ਤਾਰਾਂ ਕੱਢਣ ਮਗਰੋਂ ਉਹ ਬੇਹੋਸ਼ ਹੋ ਕੇ ਪਿਆ ਰਹਿੰਦਾ ਹੈ ਅਤੇ ਉਸ ਦੀ ਆਖਰੀ ਖੱਲ ਵੀ ਉਤਰ ਜਾਂਦੀ ਹੈ। ਉਸ ਤੋਂ ਬਾਹਰ ਆ ਕੇ ਉਹ ਖੂਬਸੂਰਤ ਤਿਤਲੀ ਬਣ ਕੇ ਉੱਡਦਾ ਰਹਿੰਦਾ ਹੈ, ਫਿਰ ਆਂਡੇ ਦਿੰਦਾ ਹੈ ਅਤੇ ਮਰ ਜਾਂਦਾ ਹੈ। ਤਾਂ ਇਸ ਤਰ੍ਹਾਂ ਬੱਚੇ ਜਿਹੜਾ ਪਾਠ ਹੈ ਪੂਰਾ ਹੋ ਗਿਆ। ਅਗਲੇ ਪਾਠ ਦੇ ਪ੍ਰਸ਼ਨ ਉੱਤਰ ਤੁਸੀਂ ਚੈਨਲ ਦੇ ਉੱਤੋਂ ਕਰ ਸਕਦੇ ਹੋ। ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਾਏ ਜਾ ਚੁੱਕੇ ਨੇ। ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਪ੍ਰਸ਼ਨ ਉੱਤਰ ਕਰ ਸਕਦੇ ਹੋ। ਪਲੇਲਿਸਟ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ। ਧੰਨਵਾਦ।